वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी। आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार सारे उच्चारण करो जी सतनाम वाहिगुरु जी। इतिहास पहले पातशाह जौहर पीर जगत गुरु कल तारण आए श्री गुरु नानक देव महाराज जी का है। प्रसंग है सच्चे पातशाह का। बाबा पैंदा सचखंड उस मलाप का ये प्रसंग है। गुरु अंगद देव पिता महाराज खडूर साहब रहंदे ने। उन्होंने इच्छा प्रगट की सी कि कोई सिख सानू साडे गुरु नानक देव महाराज की कथा सुनावे। उत्थे ये लड़ीवार कथा सुनाई गई। इहदे तो एक ग्रंथ जिन्हों भाई बाले वाली जन्म साखी कहते ने वो होंद विच आउंदा है। इस तो अगे होर बड़े सारे ग्रंथ कोई प्राचीन पंथ प्रकाश आउंदा है, कोई गुरबिलास आउंदा है और इसे नूं ही किते ना किते आधार बना के अगला इतिहास वख-वख विद्वानां ने समय समय लिखना कीता है, वर्णन कीता है। आपस बड़ा समा लाया है भगत प्रहलाद जी की कथा नूं सुनन वास्ते, भगत ध्रुव जी की कथा नूं सुनन वास्ते। अगली कथा अज जो गुरु नानक साहब महाराज जी की अपनी है, आप जी बड़े प्यार दे नाल सरवण करो। हाँ जी। अद्भुत संत समाज सर कर स्नान मिलता है। ये जेड़ा
ਸੰਤ ਸਮਾਜ ਦਾ ਸਰੋਵਰ ਹੈ, ਇਹ ਬੜਾ ਹੀ ਅਦਭੁਤ ਹੈ। ਜਿੱਥੇ ਸੰਤ ਸਭਾ ਲੱਗਦੀ ਹੋਵੇ, ਜਿੱਥੇ ਰੱਬ ਦੇ ਸੰਤ ਇਕੱਠੇ ਹੁੰਦੇ ਹੋਣ, ਬੈਠਦੇ ਹੋਣ। ਵੇਖੋ ਅੱਜ ਦੇ ਯੁੱਗ ਵਿੱਚ ਇੱਕ ਸੰਤ ਲੱਭਣਾ ਬਹੁਤ ਔਖਾ ਹੈ, ਕਿਉਂਕਿ ਆਪਾਂ ਨੂੰ ਜਿੰਨੇ ਮਿਲੇ ਨੇ, ਕੋਈ ਆਸਾ ਰਾਮ ਵਰਗਾ ਮਿਲਿਆ, ਕੋਈ ਰਾਮਪਾਲ ਵਰਗਾ ਮਿਲਿਆ, ਕੋਈ ਰਾਮ ਰਹੀਮ ਵਰਗਾ ਮਿਲਿਆ। ਸ਼੍ਰੀ ਰਾਮਚੰਦਰ ਜੀ ਵਰਗਾ ਤਾਂ ਕੋਈ ਵੀ ਨਹੀਂ ਮਿਲਿਆ। ਮਿਲੇ ਰਾਮ ਹੀ ਨੇ, ਪਰ ਆਸਾ ਰਾਮ ਨੇ। ਮਿਲੇ ਤੇ ਰਾਮ ਨੇ, ਪਰ ਰਾਮਪਾਲ ਨੇ। ਉਹ ਮਿਲੇ ਤੇ ਰਾਮ ਹੀ ਨੇ, ਪਰ ਉਹ ਰਾਮ ਰਹੀਮ ਨੇ। ਇਹਨਾਂ 'ਚ ਸ਼੍ਰੀ ਰਾਮਚੰਦਰ ਕੋਈ ਨਹੀਂ ਹੈਗਾ। ਇਹ ਤਾਂ ਕਹਤੇ ਆ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਗੱਲਾਂ ਕਰਦੇ ਤੇ ਬੜੇ ਮਿਲੇ ਨੇ, ਪਰ ਜੇ ਹੁਣ ਰਹਿਤ ਦੀ ਗੱਲ ਕਰੀਏ ਤੇ ਕੋਈ ਵੀ ਨਹੀਂ ਹੈਗਾ। ਇਸ ਕਰਕੇ ਇੰਨੇ ਸੰਤ ਨਹੀਂ ਹੋ ਸਕਦੇ ਜਿੰਨੇ ਅੱਜ ਸੰਤ ਦੁਨੀਆ ਦੇ ਵਿੱਚ ਬਣ ਕੇ ਤੁਰੇ ਫਿਰਦੇ ਨੇ, ਕਿਉਂਕਿ ਸੰਤ ਦੀ ਬਹੁਤ ਉੱਚੀ ਪਦਵੀ ਹੈ, ਬੜਾ ਪਵਿੱਤਰ ਨਾਮ ਹੈ। ਮੈਂ ਬੜੇ ਵਾਰੀ ਜ਼ਿਕਰ ਕੀਤਾ ਹੈ ਕਿ ਕਦੇ ਮਹਾਰਾਜ ਦੀ ਤਾਬਿਆ ਬੈਠਿਆ ਕਹਿ ਦੇਣਾ ਕਿ ਸੰਤ ਮਹਾਂਪੁਰਖ ਬਾਬਾ ਹਰਬੰਸ ਸਿੰਘ ਜੀ, ਤੁਸੀਂ ਯਕੀਨ ਕਰਨਾ, ਜਦੋਂ ਬਾਬਾ ਜੀ ਨੇ ਮਿਲਣਾ ਉਦੋਂ ਹੀ ਕਹਿਣਾ ਮੈਂ ਸੰਤ ਨਹੀਂ ਹੈਗਾ। ਗਿਆਨੀ ਜੀ, ਭਾਈ ਜੀ, ਮੈਨੂੰ ਸੰਤ ਨਾ ਕਿਹਾ ਕਰੋ। ਬਾਬਾ ਜੀ ਕੀ ਬੋਲੀਏ ਫਿਰ? ਜਥੇਦਾਰ ਬੋਲ ਦਿਆ ਕਰੋ। ਬੜੇ ਖੁਸ਼ ਹੁੰਦੇ ਸੀ ਕਾਰ ਸੇਵਾ ਵਾਲੇ ਜਥੇਦਾਰ ਬਾਬਾ ਹਰਬੰਸ ਸਿੰਘ ਜੀ, ਬੜੇ ਖੁਸ਼ ਹੁੰਦੇ ਸੀ ਇਹ ਨਾਸ। ਔਰ ਉਹਨਾਂ ਦੀਆਂ ਗੱਡੀਆਂ ਤੇ ਵੀ ਇਹੀ ਲਿਖਿਆ ਹੁੰਦਾ ਸੀ, ਕਿਉਂਕਿ ਸੰਤ ਦੀ ਪਦਵੀ ਬੜੀ ਉੱਚੀ ਸੁੱਚੀ ਹੈ, ਪੂਰੀ ਅਸ਼ਟਪਦੀ ਹੈ ਸੁਖਮਨੀ ਸਾਹਿਬ ਦੇ ਵਿੱਚ। ਔਰ ਇਹ ਲਿਖਿਆ ਹੋਇਆ ਹੈ, ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨਹਾਰ। ਅੱਜ ਕੱਲ੍ਹ ਦੇ ਕਿਸੇ ਸੰਤ ਦੀ ਸ਼ਰਨ ਵਿੱਚ ਜਾ ਕੇ ਕੀ ਮਿਲੇਗਾ ਤੁਹਾਨੂੰ? ਬੇਪਤੀ ਹੋਏਗੀ। ਪਰ ਸੁਖਮਨੀ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਭਵਸਾਗਰ ਤੋਂ ਵੀ ਪਾਰ ਕਰ ਜਾਓਗੇ। ਫਿਰ ਉਹ ਸੰਤ ਕੌਣ ਨੇ ਜਿਨ੍ਹਾਂ ਨੂੰ ਮਿਲਿਆ ਇਦਾਂ ਦੀਆਂ ਪਰਮ ਅਵਸਥਾ ਮਿਲਦੀਆਂ ਨੇ? ਕਵੀ ਜੀ ਨੇ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਲਿਖਿਆ ਕਿ ਜਿਹੜਾ ਸੰਤ ਸਮਾਜ ਹੈ ਇੱਕ ਅਦਭੁਤ ਸਰੋਵਰ ਹੈ, ਕਰ ਇਸ਼ਨਾਨ ਮਿਲਤਾ ਹੈ। ਇਹਨਾਂ ਨੂੰ ਮਿਲੋ, ਉਹਦੇ ਵਿੱਚ ਇਸ਼ਨਾਨ ਕਰੋ। ਆ ਜਿਹੜਾ ਮਹੀਨਾ ਲੰਘ ਰਿਹਾ ਹੈ ਨਾ, ਇਹ ਮਹੀਨਾ ਵੀ ਇਹੋ ਕਹਿੰਦਾ ਹੈ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਮਾਘ ਮੱਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ। ਹਰਿ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਹਰਿ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਇਹ ਅਦਭੁਤ ਸਰੋਵਰ ਹੈ। ਗੁਰਮੁਖਾਂ ਦੇ ਚਰਨ ਪਰਸੋਗੇ, ਚਰਨ ਧੂੜੀ ਵਿੱਚ ਇਸ਼ਨਾਨ ਕਰੋਗੇ। ਬਾਇਸ ਤੇ ਪਿਕ ਹੋਤ ਹੈ ਬਕਤੇ ਹੰਸ ਕਰਾਏ। ਚਲੋ ਨਹੀਂ ਤੁਹਾਨੂੰ ਸੰਤ ਪਛਾਣਨਾ ਆਉਂਦਾ ਤੇ ਦੋ ਗੱਲਾਂ ਦੀ ਪਛਾਣ ਰੱਖ ਲੈਣਾ। ਕਹਿੰਦੇ ਕਾਲੇ ਕਾਂ ਤੋਂ ਕੋਇਲ ਬਣ ਜਾਓਗੇ।
ਸੰਤਾਂ ਦੀ ਸੰਗਤ ਦਾ ਪ੍ਰਭਾਵ ਇਹ ਹੈ, ਅਸਰ ਇਹ ਹੈ ਕਿ ਕਾਲੇ ਕਾਂ ਤੋਂ, ਘੋਗੜ ਕਾਂ ਤੋਂ ਕੋਇਲ ਵਰਗੇ ਮਿੱਠਾ ਬੋਲਣ ਵਾਲੇ, ਗੀਤ ਗਾਉਣ ਵਾਲੇ। ਹੁਣ ਕੋਇਲ ਦੀ ਕਿਤਨੀ ਕੀਮਤ ਹੈ ਸਮਾਜ ਵਿੱਚ, ਤੇ ਕਾਂ ਦਾ ਕੀ ਹਾਲ ਹੈ ਵਿਚਾਰੇ ਦਾ। ਕਿਤੇ ਲੈ ਦੇ ਕੇ ਭੈਣਾਂ ਨੇ ਬਚਾ ਲਿਆ ਵੀ ਉਹ ਕਹਿੰਦੇ ਚੂਰੀ ਪਾਉਂਦੀਆਂ ਨੇ ਵੀ ਸਾਡੇ ਬਨੇਰੇ ਤੇ ਬੋਲ ਤੇ ਵੀਰ ਆਏਗਾ। ਨਹੀਂ ਤੇ ਮੈਨੂੰ ਨਹੀਂ ਇਸ ਤੋਂ ਬਿਨਾਂ ਕੋਈ ਸ਼ੋਭਾ ਲੱਗੀ ਇਹਦੀ ਵੀ ਕਿਸੇ ਨੇ ਹੋਰ ਵੀ ਕੀਤੀ ਹੋਵੇ। ਇੱਕ ਗੱਲ ਤੇ ਇਹਨੂੰ ਗੁਣ ਦਿੱਤਾ ਗਿਆ ਕਿ ਜੇ ਕਾਂ ਬਨੇਰੇ ਤੇ ਆ ਕੇ ਬੋਲੇ ਤੇ ਕਹਿੰਦੇ ਪ੍ਰਾਹੁਣੇ ਆਉਂਦੇ ਨੇ। ਖਾਸ ਕਰਕੇ ਭੈਣਾਂ ਨੇ ਜੋੜ ਲਿਆ ਵੀ ਕਾਲਿਆ ਕਾਵਾਂ ਮੈਂ ਤੈਨੂੰ ਚੂਰੀ ਪਾਵਾਂਗੀ ਜੇ ਤੂੰ ਮੇਰੇ ਆ ਕੇ ਬਨੇਰੇ ਤੇ ਬੋਲੇਗਾ, ਮੇਰਾ ਵੀਰ ਆਏਗਾ। ਨਹੀਂ ਤਾਂ ਇਸ ਤੋਂ ਇਲਾਵਾ ਕੋਈ ਕਾਂ ਦੀ ਸ਼ੋਭਾ ਨਹੀਂ ਹੈ। ਪਰ ਕੋਇਲ ਨੂੰ ਹਰ ਇੱਕ ਸੁਣਨਾ ਚਾਹੁੰਦਾ, ਵੇਖਣਾ ਚਾਹੁੰਦਾ। ਰੰਗ ਤੇ ਦੋਵਾਂ ਦਾ ਇੱਕੋ ਜਿਹਾ ਹੀ ਹੈ। ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਕਾਂ ਦੀ ਜਗ੍ਹਾ ਕੋਇਲ ਬਣ ਜਾਓਗੇ, ਬਗਲੇ ਦੀ ਜਗ੍ਹਾ ਹੰਸ ਬਣ ਜਾਓਗੇ। ਹੈ ਤੇ ਬਗਲਾ ਵੀ ਚਿੱਟਾ ਹੈ, ਪਰ ਬੱਗ ਡੱਡਾ ਭਾਲਣ ਜਾਏ ਉਹ ਡੱਡੀਆਂ ਮੱਛੀਆਂ ਖਾਂਦਾ। ਹੰਸ ਜਿਹੜਾ ਹੈ ਉਹ ਹੀਰੇ ਮੋਤੀ ਚੁਗਦਾ ਹੈ। ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਹੀਰੇ ਮੋਤੀ ਚੁਗਣ ਵਾਲੇ ਬਣ ਜਾਓ ਤੇ ਸਮਝ ਲਓ ਇਹ ਸੰਤ ਹੈ। ਕਾਂ ਤੋਂ ਕੋਇਲ ਬਣ ਜਾਓ ਤੇ ਸਮਝ ਲਓ ਸੰਤ ਹੈ। ਤੇ ਜੇ ਤੁਹਾਡੇ 'ਚ ਫਰਕ ਹੀ ਕੋਈ ਨਹੀਂ ਪਿਆ ਤੇ ਫਿਰ ਇਹ ਸੰਤ ਕਾਹਦਾ? ਜਿਸ ਮਿਲੇ ਹੈ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ। ਮਨ ਕੀ ਦੁਬਧਾ ਬਿਨ ਸਜਾਏ ਹਰ ਪਰਮ ਪਦ ਲਹੀਏ। ਕਬੀਰ ਮਾਏ ਮੂੰਡੋਂ तेह गुरु की जाते भरम ना जाए। ऐसे बंदे कोल क्यों बहना है भाई, जिहदे कोल बैठिया भरम ही नहीं खत्म होए, वहम संसे तुहाडे डाउट ही नहीं मिटे। कहते इहो जे दे माँ दी सिर दा माँ, इहो जे बंदे दी जिहड़ी माँ है उहदा सिर मुन देना चाहिए। हुण शहरी बच्चों नूं नहीं समझ लगनी भी किसी का सिर मुनना किड्डी वड्डी सज़ा हुंदी सी। हुण ते सलून खुल गए, हुण ते बंदा पैसे दे के सिर मनाउण जांदा है। मेरा एक दोस्त आ गया, मेरे थोड़े दे दिन होए, अज तो दस्तार भी बन गया। कहंदा ज्ञानी जी 6-7 महीने मैं तो मेरा बच्चा मोरिया गया होटल आड़ा धौले कुएं कोले। कादे नहीं गए? आ वाल वूल कटाउण वास्ते। कहंदे माड़ी दुकान ते नहीं गए, मोरिया गया भी उत्थे ते कोरोने का टैसट भी हुंदा। कहंदे सच्ची हुंदा है। तो रिजल्ट की निकलिया? कहंदे मैनू भी हो गया, मेरे बेटे नू भी हो गया। बेटा तो चलो घरे सर गया, तो मैनू हफ्ता गंगाराम रहना पिया। हुण ते पैसे सिर मनाउणा एक फैशन है। हिंदुस्तान की संस्कृति विच किसी का सिर मुन देना ये सज़ा सी। कदे पता करो शुरू कित्थों होया है। जिद्दन तुहानूं पता लग गया उदों बाद तुसीं सिर मनाउणा बंद कर दिओगे। रुकमणी दे भरा ने मिसटेक कीती सी, गलती कीती सी। कृष्ण जी कहंदे सी मैं इहनूं मारना है, तो रुकमणी कहन लगी क्यों मारदे हो, मेरा भरा है, बख्श दिओ। कहंदे चंगा फिर इहदा सिर मुन दिंदे आ। वेखो उहदा सिर ते मुन्निया गया भी उहने गलती की है, तो आपां इहनूं फैशन ही बना लिया। हुण ते सिर मनाउण दी भी हद हो गई है। वो साडा एक गाउण वाला गल च खंडा पाई फिरदा है। उहनूं किसी ने पुछ लिया भी ये की है, कहंदा मैं गीत भी गाउणा, सिੱਖੀ का प्रचार भी करदा। तो उहदे सिर का हाल ये हुंदा है कि मेरे ख्याल श्रीलंका का सोहना नक्शा भी उहदे तो सोहना होएगा। जे ते तुसी बन जाओ कां तो कोयल, तो समझ लेना भी तुहानूं किसी संत की संगत मिल गई है। जे तुसी बगले तो बन जाओ हंस, तां भी समझ लेना भी संगत तुहाडी ठीक है। तो जे फर्क ही नहीं पिया,
कोई वहम भरम नहीं जीवन चो गया। जे मार्ग पंडित गए पाछे परी बहीर, एक औ घट घाटी राम की ते चढ़ रहे हो कबीर। होया की है, आप डूबे चौबेद में चेले दिए बहाए। वहमा भरमा कर्म कांडा चो बंदे निकल ही नहीं पाए। मेरी फिर बेनती है भी इनू साइलेंट ते कर लो फोन नू। ये किहड़ा अज स्टेटस है? कोई स्टेटस है फोन का? रक्शे वाले को दो होंगे ने। असल कईयां नू चलाउणा भी नहीं आता, मैनू खिमा कर देना। मेरे को भी फोन है, तुम यकीन करना जो मैं बच्चों को बहना नवा फंक्शन समझा देंगे ने, पापा ये भी है। इन्ने फंक्शन ने भी सानू इनू फोन नू यूज करना नहीं आता, सानू वरतना नहीं आता। मैं तो रोज अरदास करदा सच्चे पातशाह फोन वरतना सिखा दे। हुण आ ते गया ही, मुड़ना तो नहीं इन्हें। हुण तो सानू वरतना आ जाए ताकि असी ये तो सुख लै लीए। इन्हें जिहड़े दुख देते ने सानू, बहुते बंदियां दी जिंदगी जिहड़ी है वह दुबर हो गई है। तुहानू पता है फोन तुहाडा मित्र है, तुहाडा दुश्मन भी है। मित्र किवें है कि तुसी हर वेले दुनिया नाल टच हो, तो दुश्मन किवें है? मेरे को एक दिन बंदा आया हुण, कहता ज्ञानी जी मैं उस बंदे तो पैसे लेने ने, जानते हो? मैं कि मैं जानता। वो अट्टी सट्टी होनी वो पुलिस नाल। वो कहता वेखो मेरे फोन ते वो लोकेशन भी है। कहता हर मोमेंट मैनू पता है वो भी इत्थे वो गड्डी खलोती है, इत्थे हुण इस ढाबे ते चाह पी रहा है, हुण इस मोड़ ते खलोता है। ये नाल तुहाडी 24 घंटे ये सरकारी नैवीगेशन है तुहाडी जेब च। गौरमेंट को पता है तुसी कित्थे हो। एडे बच्चे लाल किले तो गवाचे ने। मैं तो सारिਆਂ ਨੂੰ कहा लीडरां ਨੂੰ, मगर लोड़ ही नहीं। उन्होंने माँ प्यो ਨੂੰ कहो फोन की लोकेशन ਲੱਭਣ, पता लग जाएगा बच्चा कित्थे हैगा सी लास्ट, कदों का फोन जिहड़ा है ਉਹਦੇ ਚੋਂ सिम कढ़ी गई है, उतों तक लै जाएगा थानू। तो इस करके आओ आप कथा नाल जुड़ीए बार बार, क्योंकि इन्नी संगत है, ਇਹਦੇ ਵਿੱਚ ਸਾਨੂੰ ਇਕਾਗਰ होना पवेगा जे असी कुछ आनंद मानना है तो। हाँ जी। ਬਾਲਾ ਕਹਿਤ ਰੁਚਿਰ ਇਤਿਹਾਸਾ, श्री अंगद जी सोन सुख रासा। हे गुरु अंगद साहब सुखां दे रास, गुरु नानक दे पिता महाराज दी कथा सुनो। हाँ जी। हमको ध्रुव लोक महशोरा, गमन सच खंड की ओरा। मैनू ते भाई मरदाने नू गुरु नानक साहब ने उत्थे छड़ दिता जिथे भगत ध्रुव दा लोक सी, जिथे भगत ध्रुव रहिंदा सी। सतगुरु चले गए सचखंड। हाँ जी। तेह बेर तंत देखियो नह कैसे, जो मैं सुनियो सुनावो तैसे। वो किहो जिहा सचखंड है? कहंदे मैं नहीं वेखिया, पर मैं जो सुनिया जिन्ना क मैनू समझ आया, जिन्ना क मेरे चेते विच है, मैं सुना देना। छिनक बिखे पहुँचे सुखदानी, जेह सुठ रचना बनी महानी। छिन मातर समय विच सतगुरु उत्थे पहुंचे ने, ओदी रचना बड़ी सुंदर सी। हाँ जी। अनक बिदन के उपबन रूरे, शाखा निवी फलन रस ब्रूरे। कुसुम बाटका बनी सुहाई, पौर गुंजार जिने पर लाई। उत्थे सुंदर बाग सन, बागां दियां सुंदर शाखावां सन, उन्हां दे विच रसां वाले फल सन, सुगंधियां वाले फुल सन, भौरे उन्हां दे उत्ते उडारियां मारदे सन। करे निरंतर हर जस गाना, हंस कीर पिक जे खग नाना। पौर वडो सुंदर उजियारा,
ਹੀਰੇ ਮਾਨਕ ਲੱਗੇ ਅਪਾਰਾ। ਉੱਥੇ ਹਰ ਵਕਤ ਰੱਬ ਦੀ ਭਗਤੀ ਹੋ ਰਹੀ ਸੀ। ਉੱਥੇ ਪੰਛੀ ਨੇ, ਹੰਸ ਨੇ, ਮੋਰ ਨੇ। ਉਹਨਾਂ ਪੰਛੀਆਂ ਦੇ ਵਿੱਚ ਕੋਇਲ ਹੈ, ਪਿੱਖ। ਇਹ ਜਿਹੜੇ ਖੱਗ ਨੇ ਇਹ ਰੱਬ ਦੇ ਗੁਣ ਗਾ ਰਹੇ ਨੇ। ਇਹ ਜਿਹੜੇ ਮ੍ਰਿਗ, ਮੀਨ, ਪੰਖੇਰੂ ਨੇ, ਬਿਨ ਹਰ ਬੋਲਤ ਨਹੀਂ ਕਿਛ ਹੋਰ। ਹੁਣ ਮੈਂ ਤੇ ਕਿਹਾ ਵੀ ਕਾਂ ਜਿਹੜਾ ਉਹ ਘੜਾ ਘੜਾ ਕਰਦਾ ਹੈ, ਪਰ ਕਦੇ ਭਾਈ ਵੀਰ ਸਿੰਘ ਨੂੰ ਸੁਣਿਓ, ਕਿਉਂਕਿ ਮੇਰੀ ਆਪਣੀ ਅਵਸਥਾ ਇਦਾਂ ਦੀ ਹੈ। ਉਹਨਾਂ ਨੇ ਦੱਸਿਆ ਹੁਣ ਸਾਡੇ 'ਚ ਕੋਈ ਵੀ ਨਹੀਂ ਮੰਨੇਗਾ। ਆਪਾਂ ਕੀ ਕਹਿੰਦੇ, ਆਪਾਂ ਕਹਿੰਦੇ ਘੁੱਗੀ ਕਰਦੀ ਹੈ ਘੂੰ ਘੂੰ, ਉਹ ਕਹਿੰਦੇ ਨਹੀਂ, ਉਹ ਕਰਦੀ ਹੈ ਤੂੰ ਹੀ ਤੂੰ। ਭਾਈ ਵੀਰ ਸਿੰਘ ਦੀ ਇੱਕ ਆਪਣੀ ਅਵਸਥਾ ਹੈ। ਉਹ ਇਹਨਾਂ ਪੰਛੀਆਂ ਦੇ ਬੋਲਣ ਤੋਂ ਵੀ, ਜਾਨਵਰਾਂ ਦੇ ਬੋਲਣ ਤੋਂ ਵੀ ਕਹਿੰਦੇ ਨਹੀਂ ਇਹ ਤੇ ਸਾਰੇ ਰੱਬ ਦੀ ਗੁਣ ਗਾ ਰਹੇ ਨੇ ਭਾਈ। ਅਹੇ ਭਗਤ ਜਿਨ ਮੋਖ ਸਲੋਕਾ, ਵਿਚਰਤ ਹੈ ਹਰਖਤ ਬਿਨ ਸ਼ੋਕਾ। ਸੁਪਨੇ ਮਾਤਰ ਜਹ ਨਾ ਬਿਕਾਰਾ, ਰਿਦੇ ਪ੍ਰਕਾਸ਼ੈ ਗਿਆਨ ਅਪਾਰਾ। ਉਹ ਭਗਤ ਜਿਨ੍ਹਾਂ ਦੇ ਮੁਖ ਵਿੱਚ ਰੱਬ ਦੀ ਬਾਣੀ ਸੀ, ਸ਼ਲੋਕ ਸੀ, ਉਹ ਉੱਥੇ ਫਿਰਦੇ ਸੀ ਸੱਚਖੰਡ ਦੇ ਵਿੱਚ। ਉੱਥੇ ਸੁਪਨੇ ਮਾਤਰ ਵੀ ਵਕਾਰ ਨਹੀਂ ਸੀ ਕਿ ਮਤਲਬ ਸੁਪਨਾ ਹੀ ਭੈੜਾ ਆ ਜੇ ਕਦੇ। ਉੱਥੇ ਹਰ ਵਿਅਕਤੀ ਦਾ ਹਿਰਦਾ ਪ੍ਰਕਾਸ਼ ਚਾਨਣ ਦੇ ਨਾਲ ਭਰਿਆ ਹੋਇਆ ਸੀ। ਸੁੰਦਰ ਮੰਦਰ ਕੰਚਨ ਕੇਰੇ, ਖਚੀ ਮਣਕ ਜਗਮਗਤ ਕਨੇਰੇ। ਸਿਲਾ ਫਟਕ ਕੀ ਮਲੈ ਕਪਾਟਾ, ਮੁਕਤਾ ਕੀ ਤੋਰਨ ਦਰ ਥਾਟਾ। ਉਹ ਕਹਿੰਦਾ ਮੰਦਰ ਬੜੇ ਸੋਹਣੇ ਸੀ, ਸੋਨਾ ਉਹਨਾਂ ਮੰਦਰਾਂ ਦੇ ਵਿੱਚ ਲੱਗਿਆ ਹੋਇਆ ਸੀ, ਹੀਰੇ ਮੋਤੀ ਉਹਨਾਂ ਵਿੱਚ ਜੜੇ ਹੋਏ ਸਨ। ਥੋੜੀ ਜੀ ਰੋਸ਼ਨੀ ਪੈਂਦੀ ਹੈ ਤੋ ਹੀਰੇ ਮੋਤੀ ਜਿਹੜੇ ਸੀ ਜਗਮਗਾਉਣ ਲੱਗ ਜਾਂਦੇ ਸੀ। ਆ ਜਿਹੜੇ ਫਨੂਸ ਲੱਗੇ ਨੇ, ਸ਼ੈਂਡੀਅਰ ਲੱਗੇ ਨੇ, ਬੜੇ ਸਸਤੇ ਵੀ ਮਿਲਦੇ ਨੇ, ਬੜੇ ਦੁਨੀਆ ਦੇ ਮਹਿੰਗੇ ਤੋਂ ਮਹਿੰਗੇ ਵੀ ਮਿਲਦੇ ਨੇ। ਹੁਣ ਹੈ ਕੀ ਹੈ ਤੇ ਕ੍ਰਿਸਟਲ ਹੀ ਹੈ ਨਾ। ਜਿਵੇਂ ਜਿਵੇਂ ਮਹਿੰਗਾ ਹੁੰਦਾ ਜਾਵੇਗਾ ਉਵੇਂ ਉਵੇਂ ਉਹਦੀ ਚਮਕ, ਉਹਦੇ ਵੱਖਰੇ ਵੱਖਰੇ ਰੰਗ ਬਿਖਰਨੇ ਸ਼ੁਰੂ ਹੁੰਦੇ ਜਾਣਗੇ। ਹੁਣ ਸਾਡੇ ਵਾਸਤੇ ਤੇ ਸ਼ੀਸ਼ਾ ਸ਼ੀਸ਼ਾ ਹੀ ਹੈ, ਪਰ ਉਹਦੇ 'ਚ ਅੰਦਰ ਜਾਓਗੇ ਤੇ ਬੜਾ ਫਰਕ ਹੈ। ਕਿਸੇ ਵੀ ਤੁਸੀਂ ਪੱਖ ਨੂੰ ਜਦੋਂ ਜਾਣਨ ਤੁਰੋਗੇ ਤਾਂ ਫਿਰ ਆਪ ਜੀ ਨੂੰ ਸਮਝ ਆਏਗਾ ਵੀ ਨਹੀਂ, ਹਰ ਖੇਤਰ ਦੇ ਵਿੱਚ ਬੜੀ ਡੂੰਘਾਈ ਹੈ। ਕਵੀ ਜੀ ਨੇ ਇੱਥੇ ਵਰਣਨ ਕੀਤਾ ਕਿ ਉੱਥੇ ਫਟਕ ਦੀਆਂ ਮਾਲਾ ਨੇ, ਉੱਥੇ ਦਰਵਾਜ਼ੇ ਲੱਗੇ ਹੋਏ ਨੇ ਚੰਦਨ ਦੇ, ਉੱਥੇ ਮੋਤੀਆਂ ਦੀਆਂ ਲੜੀਆਂ ਲਮਕਦੀਆਂ ਨੇ। ਤਹਿ ਜਬ ਪਹੁੰਚੇ ਸ਼੍ਰੀ ਗੁਣ ਖਾਨੀ, ਭਗਤਨ ਸਭਨ ਬੰਦ ਨਾ ਠਾਨੀ। ਅਨਕ ਭਾਂਤ ਕੀ ਉਸਤਤ ਕਰ ਕੈ, ਪਰਮ ਸੁਖੀ ਭੇ ਰੂਪ ਨਿਹਰ ਕੈ। ਜਿੱਥੇ ਪਹਿਲਾ ਸਤਿਗੁਰੂ ਪਹੁੰਚੇ ਉੱਥੇ ਭਗਤ ਲੋਕ ਰਹਿੰਦੇ ਸਨ। ਉਹਨਾਂ ਸਾਰਿਆਂ ਨੇ ਉੱਠ ਕੇ ਨਮਸਕਾਰ ਕੀਤੀ ਹੈ। ਉਹਨਾਂ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਦੇ ਗੁਣ ਗਾਏ ਨੇ। ਹਾਂਜੀ। ਤਹਿ ਤੇ ਗਮਨੇ ਬਹੁਰ ਅਗਾਰੀ, ਬਣੀ ਮੰਦਰਨ ਉਪਮਾ ਭਾਰੀ। ਅਜਰਨ ਬਿਖੇ ਮਨਕ ਗਚਕਾਰੀ, ਜਿਨ ਕੇ ਬਰਨ ਅਨੇਕ ਪ੍ਰਕਾਰੀ। ਇੱਥੋਂ ਸਤਿਗੁਰੂ ਹੋਰ ਅੱਗੇ ਗਏ, ਉਹ ਹੋਰ ਮੰਦਰ ਸੁੰਦਰ ਸਨ। ਉੱਥੇ ਜਿਹੜੇ ਅਜਰਨ ਨੇ, ਵਿਹੜੇ ਨੇ, ਉਹਨਾਂ ਦੇ ਵਿੱਚ ਮਾਣਕ ਮੋਤੀਆਂ ਦੇ ਗੱਚ ਲੱਗੇ ਹੋਏ ਨੇ, ਵੱਡੇ ਵੱਡੇ ਗੁੰਫੇ ਬਣਾ ਕੇ ਲਾਏ ਹੋਏ ਨੇ। ਉਹਨਾਂ ਦੇ ਅੱਗੋਂ ਰੰਗ ਜਿਹੜੇ ਨੇ ਉਹ ਰੰਗ ਬਰੰਗੇ ਨੇ, ਉੱਥੇ ਅਨੇਕਾਂ ਤਰ੍ਹਾਂ ਦੇ ਰੰਗ ਬਿਖਰੇ ਹੋਏ ਨੇ। ਹਾਂਜੀ। ਬਸੈ ਭਗਤ ਤਿਨ ਬੀਚ ਅਨੂਪਾ, ਜਿਨ ਹੀ ਪਾਈ ਮੋਖ ਸਰੂਪਾ। ਪੀਤ ਬਸਨ ਤਨ ਸ਼ਿਆਮ ਸੁਬਰਨਾ,
ਅਤ ਸੁੰਦਰ ਸ਼ਬ ਮਨ ਕੀ ਹਰਨਾ। ਕਿਸੇ ਨੇ ਪੀਲੇ ਰੰਗ ਦੇ, ਕਿਸੇ ਨੇ ਸ਼ਿਆਮ ਰੰਗ ਦੇ ਵਸਤਰ ਪਾਏ ਨੇ। ਇਹ ਉਹ ਨੇ ਜਿਨ੍ਹਾਂ ਨੇ ਮੁਕਤੀ ਮੋਕਸ਼ ਨੂੰ ਹਾਸਲ ਕੀਤਾ ਹੋਇਆ ਹੈ। ਇਹ ਉਹ ਨੇ ਜਿਨ੍ਹਾਂ ਵਿੱਚ ਭਗਤੀ ਵਸੀ ਹੋਈ ਹੈ। ਇਹ ਅਤ ਸੁੰਦਰ ਸ਼ਬ ਮਨ ਕੀ ਹਰਨਾ। ਉਹ ਇੰਨੀ ਥਾਂ ਸੁੰਦਰ ਹੈ ਕਿ ਵਿਅਕਤੀ ਦਾ ਮਨ ਜਿਹੜਾ ਉਹ ਹਿਰ ਲਿਆ ਜਾ ਸਕਦਾ ਹੈ, ਮੋਹਤ ਹੋ ਸਕਦਾ ਹੈ। ਨੀਲ ਸ਼ਿਰਾ ਭਰਪੂਰ ਜਿਉ ਆਤਪ ਪਰਿਉ ਸੁਹਾਏ। ਕੁੰਡਲ ਮੀਨਾ ਕਾਰਜੇ ਪਹਿਰੇ ਕਰਨ ਸੁਪਾਏ। ਇੱਥੇ ਕਹਿੰਦੇ ਜਿਵੇਂ ਸਵੇਰ ਦਾ ਸੂਰਜ ਪਵੇ, ਫਿਰ ਮੁੜ ਕੇ ਦੁਪਹਿਰ ਦੀ ਧੁੱਪ ਪਵੇ, ਤੇ ਉੱਥੇ ਜਿਹੜੇ ਅਜੜਾਓ ਨੇ ਉਹਨਾਂ ਦਾ ਆਕਾਰ ਮੱਛੀ ਜਿੰਨਾ ਹੈ। ਉਹਨਾਂ ਤੇ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤੇ ਉਹਨਾਂ ਦੀ ਛਬ ਨੂੰ ਫਿਰ ਵਰਣਨ ਨਹੀਂ ਕੀਤਾ ਜਾ ਸਕਦਾ। ਹਾਂਜੀ। ਚਾਰ ਪੂਜਾ ਭੂਖਣ ਜਿਨ ਚਾਰੂ ਕੰਕਣ ਅੰਗਦ ਮੁੰਦਰਕ ਤਾਰੂ। ਇਹ ਉਹ ਨੇ ਜਿਨ੍ਹਾਂ ਦੀਆਂ ਸੁੰਦਰ ਬਾਹਾਂ ਨੇ ਚਾਰ। ਭੂਖਣ ਜਿਨ ਚਾਰੂ, ਫਿਰ ਕੰਕਣ ਅੰਗਦ ਮੁਦਰਕ ਧਾਰੂ। ਅੰਗਦ ਮੋਢਿਆਂ ਦੇ ਉੱਪਰ ਜਿਹੜੇ ਉਹਨਾਂ ਨੇ ਚੋਲੇ ਪਾਏ ਨੇ, ਉਹਨਾਂ ਦੇ ਉੱਪਰ ਵੀ ਬਹੂਟੇ ਬਣੇ ਹੋਏ ਨੇ, ਕਢਾਈ ਕੀਤੀ ਹੋਈ ਹੈ। ਹਾਂਜੀ। ਸੀਸ ਕਰੀਟ ਤਰੇ ਸ਼ਬ ਪਾਵਤ ਅਤ ਕੁੰਤਲ ਕਚ ਮਨੈ ਚੁਰਾਵਤ। ਇਹਨਾਂ ਦੇ ਸੀਸ ਦੇ ਉੱਪਰ ਮੁਕਟ ਲੱਗੇ ਹੋਏ ਨੇ, ਅਤ ਕੁੰਤਲ ਕੁੰਡਲਦਾਰ। ਉਹਨਾਂ ਦੇ ਕੰਨਾਂ ਦੇ ਵਿੱਚ ਵਾਲੇ ਪਏ ਹੋਏ ਨੇ। ਹਾਂਜੀ। ਤਹਾਂ ਪਹੁੰਚੇ ਜਾਏ ਕਿਰਪਾਲਾ ਮਿਲੈ ਭਗਤ ਉਠ ਪ੍ਰੇਮ ਵਿਸਾਲਾ। ਇਹ ਹੁਣ ਦੂਜੀ ਥਾਂ ਸੀ ਜਿੱਥੇ ਮੋਕਸ਼ ਨੂੰ ਪ੍ਰਾਪਤ ਲੋਕ ਰਹਿੰਦੇ ਨੇ। ਉਹ ਭਗਤ ਵੀ ਸਾਰੇ ਉੱਠੇ ਨੇ, ਉਹਨਾਂ ਨੇ ਵੀ ਸਤਿਗੁਰੂ ਜੀ ਦਾ ਸਨਮਾਨ ਕੀਤਾ ਹੈ। ਹਾਂਜੀ। ਬੰਧਨ ਕਰੇ ਬੰਦ ਕਰ ਦੋ ਪਰਮ ਆਨੰਦ ਪਾਏ ਉਰ ਸੋਊ। ਪਰ ਸੰਸੈ ਤੁਮ ਆਦ ਅਨਾਦੂ ਸਰਬ ਜਨਨ ਦਾਨੀ ਅਹਲਾਦੂ। ਮਹਿਮਾ ਨਾਮ ਜਗਤ ਵਿਸਤਾਰਕ ਜੁਗ ਜੁਗ ਭਗਤਨ ਕੋ ਰਖਵਾਰਕ। ਇੱਥੇ ਬੰਧਨ ਕਰੇ ਬੰਦ ਕਰ ਦੋ ਪਰਮ ਆਨੰਦ ਪਾਏ ਔਰ ਸੋ ਪਰਮ ਸਹੰਸੇ ਤੁਮ ਆਦ ਅਨਾਦੂ। ਆਖਿਆ ਤੂੰ ਪਰਮ ਹੰਸ ਹੈ, ਆਦ ਅਨਾਦ ਤੋਂ ਹੈ, ਤੂੰ ਹੀ ਕਿਰਪਾ ਕੀਤੀ ਹੈ। ਸਰਬ ਜਨਨ ਦਾਨੀ ਅਹਲਾਦੂ, ਸਭ ਨੂੰ ਜਨਮ ਦੇਣ ਵਾਲਾ, ਖੁਸ਼ੀਆਂ ਦੇਣ ਵਾਲਾ ਵੀ ਤੂੰ ਹੈ। ਮਹਿਮਾ ਨਾਮ ਜਗਤ ਵਿਸਤਾਰਕ, ਤੂੰ ਹੀ ਨਾਮ ਦੀ ਮਹਿਮਾ ਸੰਸਾਰ ਦੇ ਵਿੱਚ ਵਿਸਥਾਰੀ ਹੋਈ ਹੈ। ਹਾਂਜੀ। ਮ੍ਰਿਦਲ ਮਦਰ ਤਿਨ ਸੋ ਬਚ ਕਹਿ ਕੇ ਗਮਨੇ ਪ੍ਰਭ ਦਰਸ਼ਨ ਹਿਤ ਚਹਿ ਕੇ। ਇੱਥੇ ਫਿਰ ਕੁਝ ਸਮਾਂ ਸਤਿਗੁਰੂ ਜੀ ਨੇ ਉਹਨਾਂ ਨਾਲ ਮ੍ਰਿਦਲ ਬਚਨ ਕੀਤੇ ਨੇ। ਭਗਤਾਂ ਨੇ ਗੁਰੂ ਨਾਨਕ ਸਾਹਿਬ ਦੀ ਸਿਫਤ ਕੀਤੀ ਹੈ ਕਿ ਤੂੰ ਆਦ ਵੀ ਹੈ, ਅਨਾਦ ਵੀ ਹੈ, ਤੂੰ ਹੀ ਸਭ ਨੂੰ ਜਨਮ ਦੇਣ ਵਾਲਾ ਹੈ। ਇੱਥੋਂ ਸਤਿਗੁਰੂ ਫਿਰ ਅੱਗੇ ਚੱਲੇ ਨੇ। ਹਾਂਜੀ। ਗੇ ਆਗੇ ਬੇਦੀ ਕੁਲ ਦੀਪਾ ਜਹ ਜਨ ਪਾਈ ਮੋਖ ਸਮੀਪਾ। ਤਹਿ ਕੀ ਮਹਿਮਾ ਕੌਣ ਉਚਰਹੀ ਜੇ ਸਦੀਵ ਦਰਸ਼ਨ ਅਨਸਰਹੀ। ਤਹਿ ਜਬ ਪਹੁੰਚੇ ਦੀਨਾ ਨਾਤੂ ਉਠ ਕਰ ਸਰਬ ਮਿਲੇ ਹਿਤ ਸਾਥੂ। ਇੱਥੋਂ ਬੇਦੀ ਕੁਲ ਦੇ ਦੀਪਕ ਗੁਰੂ ਨਾਨਕ ਫਿਰ ਅੱਗੇ ਚੱਲੇ ਨੇ। ਗਮਨੇ ਪ੍ਰਭ ਦਰਸ਼ਨ ਹਿਤ ਚਹਿ ਕੇ ਗੇ ਆਗੇ ਬੇਦੀ ਕੁਲ ਦੀਪਾ ਜੈ ਜਨ ਪਾਈ ਮੋਖ ਸਮੀਪਾ। ਸਤਿਗੁਰੂ ਉਸ ਤੋਂ ਅੱਗੇ ਚਲੇ ਗਏ। ਹੁਣ ਉੱਥੋਂ ਦੀ ਮਹਿਮਾ ਨੂੰ ਕਵੀ ਜੀ ਕਹਿੰਦੇ ਕੌਣ ਵਰਣਨ ਕਰੇ। ਜਦੋਂ ਦੀਨਾਨਾਥ ਉੱਥੇ ਪਹੁੰਚੇ ਨੇ, ਉੱਥੇ ਰਹਿਣ ਵਾਲੇ ਰੱਬ ਦੇ ਭਗਤਾਂ ਨੇ ਫਿਰ ਉੱਠ ਕੇ ਗੁਰੂ ਨਾਨਕ ਸਾਹਿਬ ਦਾ ਸਨਮਾਨ ਕੀਤਾ। ਪੁਨ ਆਵਾ ਸ਼੍ਰੀ ਪ੍ਰਭ ਦਰਬਾਰਾ ਕੋਟ ਸੂਰ ਸਮ ਜਗ ਮਗ ਕਾਰਾ। ਮਰਤਕ ਪਦਮ ਰਾਗ ਸ਼ਬ ਭਾਰੀ ਮੀਨਾਕਾਰ ਜਹਾਂ ਗਚਕਾਰੀ। ਇੱਥੋਂ ਫਿਰ ਜਬ ਆਵਾ ਸ਼੍ਰੀ ਪ੍ਰਭ ਦਰਬਾਰਾ,
ਇਸ ਤੋਂ ਅੱਗੇ ਹੁਣ ਪ੍ਰਭੂ ਦਾ ਦਰਬਾਰ ਆ ਗਿਆ। ਦੇਖੋ ਸੱਚਖੰਡ ਦੇ ਵਿੱਚ ਵੀ ਕਈ ਅਵਸਥਾਵਾਂ ਦਾ ਇਸ ਕਥਾ ਦੇ ਵਿੱਚੋਂ ਸਾਨੂੰ ਪਤਾ ਲੱਗਦਾ ਹੈ। ਕਿਤੇ ਇਕੱਲੇ ਭਗਤ ਬੈਠੇ ਨੇ, ਕਿਤੇ ਉਹ ਬੈਠੇ ਨੇ ਜਿੱਥੇ ਜਿਹੜੇ ਮੋਕਸ਼ ਨੂੰ ਪ੍ਰਾਪਤ ਹੋ ਚੁੱਕੇ ਨੇ, ਮੁਕਤੀ ਨੂੰ, ਜੰਮਣ ਮਰਨ ਤੋਂ ਰਹਿਤ ਹੋ ਚੁੱਕੇ ਨੇ। ਉਸ ਤੋਂ ਅੱਗੇ ਚੱਲੇ ਸਤਿਗੁਰੂ ਤੇ ਪ੍ਰਭੂ ਦਾ ਦਰਬਾਰ ਆ ਗਿਆ। ਪੁਨ ਆਵਾ ਸ਼੍ਰੀ ਪ੍ਰਭ ਦਰਬਾਰਾ, ਕੋਟ ਸੂਰ ਸਮ ਜਗ ਮਗਕਾਰਾ। ਇੱਥੇ ਲੱਗਦਾ ਵੀ ਕਰੋੜਾਂ ਹੀ ਸੂਰਜਾਂ ਦੀ ਰੋਸ਼ਨੀ ਹੈ। ਜਿਵੇਂ ਵੱਡਾ ਬਲਬ ਹੋਵੇ, ਜ਼ਿਆਦਾ ਰੋਸ਼ਨੀ ਹੋਵੇ ਤਾਂ ਕੁਝ ਹੋਰ ਹੁੰਦਾ ਹੈ, ਘੱਟ ਹੋਵੇ ਤਾਂ ਕੁਝ ਹੋਰ ਹੁੰਦਾ ਹੈ। ਉੱਥੇ ਇੰਨੀ ਲਾਈਟ ਸੀ, ਜਿੱਥੇ ਹਜ਼ਾਰਾਂ ਸੂਰਜਾਂ ਦਾ ਚਾਨਣ ਸੀਗਾ। ਮਰਕਤ ਪਦਮ ਰਾਗ ਸ਼ਬ ਭਾਰੀ, ਮੀਨਾਕਾਰ ਜਹਾਂ ਗਚਕਾਰੀ। ਇੱਥੇ ਕਵੀ ਜੀ ਨੇ ਲਿਖਿਆ ਮਰਕਤ ਪੰਨੇ, ਇੱਥੇ ਨੀਲਮ ਜੜੇ ਹੋਏ ਸੀਗੇ। ਹੁਣ ਪੱਥਰਾਂ 'ਚੋਂ ਵੀ ਉਹਨਾਂ ਦੇ ਅੱਗੇ ਅੱਗੇ ਕੀਮਤੀ ਨੇ, ਜਿਹੜੇ ਸਟੋਨ ਦਾ ਕੰਮ ਕਰਦੇ ਨੇ, ਪੱਥਰਾਂ ਦਾ ਕੰਮ ਕਰਦੇ ਨੇ, ਹੀਰੇ ਜਵਾਹਰਾਤਾਂ ਦਾ ਕੰਮ ਕਰਦੇ ਨੇ। ਇਹ ਹੁਣ ਇਹਦੀ ਜ਼ਿਆਦਾ ਸੋਹਣੀ ਵਿਆਖਿਆ ਕਰ ਸਕਦੇ ਮੇਰੇ ਨਾਲੋਂ, ਕਿਉਂਕਿ ਮੈਨੂੰ ਤਾਂ ਇਹਦੀ ਬਹੁਤ ਨੌਲੇਜ ਹੈ ਨਹੀਂ। ਮੈਂ ਤਾਂ ਜਿੰਨਾ ਕਿ ਲਿਖਿਆ ਉਹਦੇ ਅਰਥ ਜ਼ਰੂਰ ਕਰ ਸਕਦਾ। ਉੱਥੇ ਜਿਹੜੇ ਨੇ ਹੋਰ ਕੀਮਤੀ ਪੱਥਰ ਨੀਲਮ ਆਦਿਕ ਲੱਗੇ ਹੋਏ ਨੇ, ਉਹਨਾਂ ਦੇ ਵਿੱਚ ਮੀਨਾਕਾਰੀ ਹੋਈ ਹੋਈ ਹੈ, ਗੱਚਕਾਰੀ ਉਹਦੇ ਵਿੱਚ ਹੋਰ ਜੜਾਓ ਜੜੇ ਹੋਏ ਨੇ। ਹਾਟਕ ਫਟਕ ਪਰਵਾਲਨ ਥੰਬਾ, ਜਿਨ ਬਲੋਕ ਮਨ ਹੋਤ ਅਚੰਬਾ। ਉਹਦੇ ਵਿੱਚ ਸੋਨੇ ਦੇ ਵਿੱਚ ਬਲੋਰ ਲੱਗੇ ਹੋਏ ਨੇ, ਉਹਦੇ ਅੰਦਰ ਗੁੱਲੀਆਂ ਦੇ ਵਿੱਚ ਇਹ ਕੀਮਤੀ ਪੱਥਰ ਜੜੇ ਹੋਏ ਨੇ। ਉਹਨਾਂ ਦੀਆਂ ਨੋਕਾਂ ਜਿਹੜੀਆਂ ਨੇ, ਹੁਣ ਹੀਰਾ ਜਿਹੜਾ ਹੈ ਜਾਂ ਜਿਹੜਾ ਤੁਸੀਂ ਡਾਇਮੰਡ ਪਾਉਂਦੇ ਹੋ, ਉਹ ਜਿੰਨੀਆਂ ਨੁਕਰਾਂ ਉਹਦੀਆਂ ਵੱਧ ਹੋਣਗੀਆਂ ਉਨੀ ਉਹਦੀ ਕੀਮਤ ਵੱਧ ਹੋਏਗੀ। ਹੁਣ ਮੈਂ ਜਿੰਨੀ ਕਿਸੇ ਤੋਂ ਸੁਣਿਆ ਪਾਏ ਤੋਂ ਮੈਂ ਸੁਣ ਲਿਆ, ਨਾ ਮੇਰੇ ਕੋਲ ਹੈਗਾ, ਨਾ ਮੈਂ ਕਦੇ ਪਾਇਆ, ਨਾ ਮੈਨੂੰ ਪਤਾ ਹੈ। ਕਈ ਵਾਰੀ ਨਾ ਤੁਸੀਂ ਕਿਸੇ ਦੀ ਉਹ ਅੰਗੂਠੀ ਸੁਣੋਗੇ, ਉਹ ਕਹਿੰਦਾ ਜੀ 5 ਲੱਖ ਦੀ ਹੈ ਜੀ, ਕੋਈ ਕਹਿੰਦਾ ਜੀ 50 ਲੱਖ ਦੀ ਹੈ ਜੀ। ਉਹਦਾ ਆਕਾਰ ਉਹ ਕਿੰਨਾ ਕੁ ਵੱਡਾ ਡਾਇਮੰਡ ਹੈ ਔਰ ਉਹਦੀਆਂ ਨੁਕਰਾਂ ਕਿੰਨੀਆਂ ਨੇ, ਬਸ ਉਹਦੇ ਨਾਲ ਹੀ ਇਹ ਕੀਮਤ ਜਿਹੜੀ ਹੈ ਵੱਧਦੀ ਤੁਰੀ ਜਾਂਦੀ ਹੈ। ਹਾਂਜੀ। ਹਰਤ ਮਨਨ ਮਾਨਕ ਵਿੱਚ ਹੀਰੇ, ਬਿਰਚੇ ਕੋਰ ਕਾਠ ਸੁਠ ਚੀਰੇ। ਇੱਥੇ ਹਰਤ ਮਨਕ ਮਾਨਕ ਵਿੱਚ ਹੀਰੇ, ਇੱਥੇ ਮਨ ਮੋਹਿਆ ਜਾਂਦਾ। ਇਹੋ ਜਿਹੇ ਹੀਰੇ, ਇਹੋ ਜਿਹੇ ਮੋਤੀ ਕੀਮਤੀ ਉਹਦੇ ਵਿੱਚ ਜੜੇ ਹੋਏ ਨੇ। ਬਿਰਚੇ ਕੋਰ ਕਾਢ ਸੁੱਠ ਚੀਰੇ, ਇਹਨਾਂ ਦੀਆਂ ਨੁਕਰਾਂ ਬਣੀਆਂ ਹੋਈਆਂ ਨੇ। ਇੱਥੇ ਮੋਤੀਆਂ ਦੀਆਂ ਲੜੀਆਂ ਦੀਆਂ ਝਾਲਰਾਂ ਲਮਕਦੀਆਂ ਨੇ। ਹਾਂਜੀ। ਮੁਕਤਾ ਮਾਲਣ ਝਲ ਰਚਾਈ, ਦੂਸਰ ਦੇ ਪੈ ਤਿਨੇ ਕੀ ਨਿਆਈ। ਚੀਰ ਪਰੋਜਨ ਰਚੇ ਸਰੋਜਾ, ਜਿਨੈ ਬਲੋਕ ਲਜਾਏ ਮਨੋਜਾ। ਇੱਥੇ ਚੀਰ ਕੇ ਫਰੋਜੇ, ਉਹਨਾਂ ਦੇ ਨਾਲ ਕਮਲ ਬਣੇ ਹੋਏ ਨੇ। ਮੈਨੂੰ ਹੁਣ ਪਤਾ ਹੀ ਨਹੀਂ ਇਹ ਚੀਰ ਕੇ ਫਰੋਜੇ ਕੀ ਹੁੰਦੇ ਨੇ, ਮੈਂ ਤਾਂ ਉਹਦੇ ਅਰਥ ਪੜ੍ਹੇ ਤੇ ਤੁਹਾਨੂੰ ਸੁਣਾ ਦਿੱਤੇ। ਇੱਥੇ ਕਵੀ ਜੀ ਕਹਿੰਦੇ ਨੇ ਕਿ ਕਾਲੀਆਂ ਮਣੀਆਂ ਨੇ, ਮਣੀਆਂ ਦਾ ਰੰਗ ਕਾਲਾ ਹੈ। ਇੱਦਾਂ ਦੇ ਵੀ ਹੀਰੇ ਨੇ, ਇੱਦਾਂ ਦੇ ਮੋਤੀ ਵੀ ਨੇ, ਔਰ ਇਹੋ ਜਿਹੇ ਨੇ ਕਿ ਕਹਿੰਦੇ ਕਾਮਦੇਵ ਦੀ ਸੁੰਦਰਤਾ ਵੀ ਉਹਦੇ ਬਰਾਬਰ ਕੁਝ ਵੀ ਨਹੀਂ ਹੈ। ਹਾਂਜੀ। ਮੇਚਕ ਮਨ ਕੇ ਪਰਿੰਗ ਬਣਾਏ, ਰਚੇ ਰੁਚਿਰ ਸ਼ਬ ਕੌਣ ਗਨਾਏ। ਬੀਚ ਬਚਿੱਤਰ ਬਤਾਨ ਬਨਾਵਾ, ਲੱਗੀ ਡੋਰ ਮਖਤੂਲ ਸੁਹਾਵਾ। ਜਿੱਥੇ ਕਾਲੇ ਰੰਗ ਦੇ ਮਾਨਕ ਨੇ, ਮੋਤੀ ਨੇ, ਕਵੀ ਜੀ ਕਹਿੰਦੇ ਨੇ ਉੱਥੇ ਭੌਰੇ ਬਣਾਏ ਗਏ ਨੇ ਇਹਨਾਂ ਕੀਮਤੀ ਪੱਥਰਾਂ ਤੋਂ। ਉਹਨਾਂ ਦੀ ਕੋਈ ਸ਼ੋਭਾ ਨੂੰ ਕੋਈ ਵਰਣਨ ਹੀ ਨਹੀਂ ਕਰ ਸਕਦਾ। ਇੱਦਾਂ ਦੇ ਸੁੰਦਰ ਵਿਹੜੇ ਦੇ ਵਿੱਚ ਕਹਿੰਦੇ ਇੱਕ ਸੁੰਦਰ ਚੰਦੋਆ ਤਣਿਆ ਹੋਇਆ। ਬਤਾਨ ਬੀਚ ਬਚਿੱਤਰ ਬਤਾਨ ਬਣਾਵਾ, ਲੱਗੀ ਡੋਰ ਮਖਤੂਲ ਸੁਹਾਵਾ। ਰੇਸ਼ਮ ਦੀਆਂ ਡੋਰੀਆਂ ਦੇ ਨਾਲ ਚਾਨਣੀ ਬੱਧੀ ਹੋਈ ਹੈ। ਹਾਂਜੀ। ਸੱਚ ਖੰਡ ਕੀ ਉਪਮਾ ਜੋਈ, ਉਚਰ ਸਕੇ ਅਸ ਕਵ ਨਹਿ ਕੋਈ।
जह कुंठत हवै है मन बानी, कैसे परे तास गत जानी। ਕਹਿੰਦੇ ਸੱਚਖੰਡ ਦੀ ਉਪਮਾ ਕੌਣ ਕਵੀ ਕਰ ਸਕਦਾ ਹੈ? ਭਾਈ ਸੰਤੋਖ ਸਿੰਘ ਕਹਿੰਦੇ ਧਰਤੀ ਤੇ ਨਹੀਂ ਕੋਈ ਹੋਏਗਾ, ਨਾ ਕਿਸੇ ਨੇ ਸੱਚਖੰਡ ਵੇਖਿਆ ਹੈ, ਤੇ ਨਾ ਹੀ ਉਹਦੀ ਕੋਈ ਉਪਮਾ ਨੂੰ ਕੋਈ ਵਰਣਨ ਕਰ ਸਕਦਾ ਹੈ। ਇਸ ਕਰਕੇ ਜਿਹੇ ਕੁਠੰਤ ਹਵੈ ਹੈ ਮਨ ਬਾਣੀ, ਕੈਸੇ ਪਰੇ ਤਾਸ ਗਤ ਜਾਨੀ। ਹੁਣ ਜਿਸ ਵਿਅਕਤੀ ਨੂੰ ਬਾਣੀ ਕੰਠ ਹੈ, ਚੇਤੇ ਹੈ, ਉਹਦੇ ਬਰਾਬਰ ਦੂਸਰਾ ਆਦਮੀ ਜਿਹਨੇ ਪੜ੍ਹ ਕੇ ਬੋਲਣਾ ਕੀ ਉਹਦੇ ਬਰਾਬਰ ਹੋ ਸਕਦਾ ਹੈ? ਜਿਹਨੇ ਸੱਚਖੰਡ ਵੇਖਿਆ ਹੈ ਔਰ ਜਿਹਨੇ ਵੇਖਿਆ ਹੀ ਕੋਈ ਨਹੀਂ, ਕੀ ਉਹਦੀ ਦੋਨਾਂ ਦੀ ਬਰਾਬਰਤਾ ਹੋ ਸਕਦੀ ਹੈ? ਹਾਂਜੀ। मन ठहरावण हेत सुखारे, कहूँ रुचिरता कुशक सुधारे। सब्ज श्याम मन रंग अनेका, पद्म राग को करें बबेका। ਕਵੀ ਜੀ ਕਹਿੰਦੇ ਮਨ ਠਹਿਰਾਵਣ ਵਾਸਤੇ ਮੈਂ ਤੁਹਾਨੂੰ ਸੁਣਾ ਰਿਹਾ, ਮੇਰਾ ਵੀ ਮਨ ਠਹਿਰ ਜਾਏ, ਤੁਹਾਡਾ ਵੀ ਠਹਿਰ ਜਾਏ ਵੀ ਵਾਕਈ ਇਦਾਂ ਦਾ ਸੱਚਖੰਡ ਹੋਏਗਾ। ਜਿਵੇਂ ਆਪਾਂ ਨੂੰ ਨਰਕਾਂ ਦੀਆਂ ਕਥਾ ਸੁਣਾਈਆਂ ਜਾਂਦੀਆਂ ਨੇ, ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ, ਪੁੱਛੋ ਕਿਸੇ ਨੇ ਵੇਖਿਆ? ਨਾ। ਜੇ ਕਿਸੇ ਨੇ ਵੇਖਿਆ ਵੀ ਹੋਏਗਾ ਤੇ ਜ਼ਰੂਰੀ ਹੈ ਵੀ ਉਹ ਮਸ਼ੱਬਰ ਵੀ ਹੋਵੇ, ਪੇਂਟਰ ਵੀ ਹੋਵੇ। ਅੱਜ ਵਾਲਾ ਜ਼ਮਾਨਾ ਤੇ ਨਹੀਂ ਸੀ ਵੀ ਭੂਤ ਜੀ ਖਲੋ ਜਾਓ ਮੈਨੂੰ ਸੈਲਫੀ ਲੈ ਲੈਣ ਦਿਓ, ਫੋਟੋ ਖਿੱਚ ਲੈਣ ਦਿਓ। ਕਿੰਨੇ ਵੇਖੇ ਨੇ ਭੂਤ ਪ੍ਰੇਤ, ਕਿੰਨੇ ਸੱਚਖੰਡ ਵੇਖਿਆ? ਕਵੀ ਜੀ ਕਹਿੰਦੇ ਮੈਂ ਮਨ ਸਮਝਾਉਣ ਕਰਕੇ, ਮਨ ਠਹਿਰਾਵਣ ਹੇਤ ਸੁਖਾਰੇ, ਸੌਖੀਆਂ ਸੌਖੀਆਂ ਗੱਲਾਂ ਮੈਂ ਤੁਹਾਨੂੰ ਸੁਣਾ ਰਿਹਾ। ਹਾਂਜੀ। फर्श रुचर किए अजरम जारी, अद्भुत देखत ही मन हारी। मद सिंहासन सुंदर सो है, भान अनक न पटंतर को है। बड़ा सुंदर फर्श है, अद्भुत उथों का नज़ारा है। पूरे विहड़े दे विचकार संघासन है, ਤੇ ਉੱਥੇ ਇੱਕ ਨਹੀਂ ਅਨੇਕਾਂ ਭਾਣ, ਅਨੇਕਾਂ ਹੀ ਸੂਰਜਾਂ ਦੀ ਉੱਥੇ ਰੋਸ਼ਨੀ ਹੈ। ਅਨੇਕਾਂ ਹੀ ਸੂਰਜ ਉੱਥੇ ਚੜ੍ਹੇ ਹੋਏ ਨੇ ਜਿੱਥੇ ਗੁਰੂ ਨਾਨਕ ਸਾਹਿਬ ਪਹੁੰਚੇ ਨੇ। ਹਾਂਜੀ। ਸਦਾ ਸੱਚ ਦਾ ਆਨੰਦ ਕਿਰਪਾਲਾ, ਤੇ ਪਰ ਬੈਠੇ ਸੁਖਦ ਅਕਾਲਾ। ਬ੍ਰਿੰਦ ਤੜਤ ਕੀ ਛਟਾ ਸਮੇਟੀ, ਜਨ ਸੋਹੇ ਕਨ ਘਟਾ ਸਹੇਟੀ। ਇੱਥੇ ਸੱਚ ਦਾ ਆਨੰਦ ਕਿਰਪਾਲ ਜਿਹੜੇ ਰੱਬ ਨੇ, ਪਰਮਾਤਮਾ ਨੇ, ਉਹ ਬੈਠੇ ਨੇ। ਤੈ ਪਰ ਬੈਠੇ ਸੁਖਦ ਅਕਾਲਾ, ਅਕਾਲ ਜਿਹੜੇ ਸਮੇਂ ਦੇ ਪ੍ਰਭਾਵ ਤੋਂ ਮੁਕਤ ਨੇ। ਬ੍ਰਿੰਦ ਤਾੜਤ, ਤਾੜਤ ਕਹਿੰਦੇ ਨੇ ਬਿਜਲੀ ਨੂੰ। ਅਨੇਕਾਂ ਬਿਜਲੀਆਂ ਮਾਨੋ ਉਹਨੇ ਆਪਣੇ ਵਿੱਚ ਸਮੇਟੀਆਂ ਹੋਈਆਂ ਨੇ। ਇੰਨੀ ਚਮਕ ਹੈ, ਨੂਰ ਹੈ, ਉਹਦਾ ਪ੍ਰਕਾਸ਼ ਹੈ। ਜਨ ਸੋਹੈ ਘਨ ਘਟਾ ਸੁਹੇਟੀ, ਜਿਵੇਂ ਕਾਲੇ ਬੱਦਲ ਜਦੋਂ ਆਪਣੇ ਆਪ ਦੇ ਵਿੱਚ ਉਹ ਸੰਘਣੇ ਹੋ ਜਾਣ ਤੇ ਉਹਨਾਂ ਦੀ ਵੀ ਇੱਕ ਆਪਣੀ ਸ਼ੋਭਾ ਹੈ। ਕਾਲੀਆਂ ਘਟਾਵਾਂ ਜਦੋਂ ਚੜ੍ਹਦੀਆਂ ਨੇ ਉਹਦਾ ਇੱਕ ਆਪਣਾ ਵਰਣਨ ਹੈ। ਤੋ ਕਵੀ ਜੀ ਨੇ ਇੱਥੇ ਦੱਸਿਆ ਵੀ ਇਸ ਤਰ੍ਹਾਂ ਦੇ ਪ੍ਰਮਾਤਮਾ ਨੇ। ਹਾਂਜੀ। ਮਹਿਮਾ ਤਹਿ ਕੈ ਕੌਣ ਸਕਾਈ, ਕੋਟ ਸੇਖ ਸਾਰਦ ਸਕਚਾਈ। ਕੌਣ ਹੈ ਜਿਹੜਾ ਉਸ ਰੱਬ ਦੀ ਮਹਿਮਾ ਕਰ ਸਕਦਾ ਹੈ? ਨਾ ਸਰਸਵਤੀ ਕਰ ਸਕਦੀ ਹੈ ਕਿ ਜੇ ਆਪਾਂ ਕਹੀਏ ਜੀ ਨਹੀਂ ਜੀ ਸਰਸਵਤੀ ਉਹਦੇ ਗੁਣ ਗਾ ਸਕਦੀ ਹੈ, ਸਰਸਵਤੀ ਉਹਦਾ ਵਰਣਨ ਕਰ ਸਕਦੀ ਹੈ। ਕਵੀ ਜੀ ਕਹਿੰਦੇ ਨੇ ਨਹੀਂ, ਕੋਈ ਸ਼ੇਖ ਨਾਗ ਨਹੀਂ ਕਰ ਸਕਦਾ ਜਿਹਦੀ ਹਜ਼ਾਰ ਫਨ ਹੈ। ਅਗਰ ਉਹ ਕਵੇ ਮੈਂ ਰੱਬ ਦੇ ਵਰਣਨ ਕਰਨੇ ਨੇ, ਉਹ ਵੀ ਨਹੀਂ ਕਰ ਸਕਦਾ। ਹਾਂਜੀ। ਨੀਤ ਨੇਤ ਜਹ ਬੇਦ ਪੁਕਾਰਾ, ਸਭ ਕਵ ਕੋ ਵਿਦ ਲਹਿਤ ਨ ਪਾਰਾ। ਇਸੇ ਕਰਕੇ ਵੇਦਾਂ ਨੇ ਵੀ ਨੇਤ ਨੇਤ ਆਖਿਆ, ਕੋਈ ਕਵੀ ਵਰਣਨ ਕਰ ਹੀ ਨਹੀਂ ਸਕਿਆ। ਹਾਂਜੀ। ਮੈਂ ਮਤ ਮੰਦ ਕਹਾਂ ਲਗ ਬਰਨੋ, ਸਿੰਧ ਪਾਰ ਜਿਵ ਕੀਟੀ ਤਰਨੋ। ਮਸ਼ਕ ਮੇਰ ਕਿਵ ਸਕੈ ਉਠਾਈ, ਕਿਉ ਨਭ ਅੰਤ ਜੰਤ ਲਘੂ ਪਾਈ। ਮਸ਼ਕ ਪਾਣੀ ਦੀ ਮੱਛਰ ਚੁੱਕ ਸਕਦਾ ਹੈ। ਕਹਿੰਦੇ ਮੇਰੇ ਵਰਗਾ ਕਵੀ ਉਸ ਨੂੰ ਕਿਵੇਂ ਵਰਣਨ ਕਰ ਸਕਦਾ ਹੈ? ਕਿ ਮੇਰੇ ਵਰਗਾ ਮੰਦੀ ਮਤ ਵਾਲਾ
ਵਰਣਨ ਕਰੇ ਕਿ ਤੁਸੀਂ ਮੰਨੋਗੇ ਵੀ ਕੀੜੀ ਸਮੁੰਦਰ ਪਾਰ ਕਰ ਸਕਦੀ ਹੈ? ਜੇ ਨਹੀਂ ਤੇ ਮੈਂ ਵੀ ਵਰਣਨ ਨਹੀਂ ਕਰ ਸਕਦਾ। ਹਾਂਜੀ। ਜਿਹ ਸਤਾਹ ਕੇ ਅਜਾ ਅਲੰਬਾ ਸਿਰਜਤ ਹੈ ਬ੍ਰਹਮੰਡ ਕਤੰਬਾ ਏਕ ਰੋਮ ਮੈਂ ਬਿਸ਼ਨ ਅਨੇਕਾ ਬਿਦ ਸ਼ਿਵ ਬਹੁ ਕੋ ਕਰੈ ਬਬੇਕਾ। ਉਸ ਪਰਮਾਤਮਾ ਦੇ ਇੱਕ ਰੋਮ ਦੇ ਵਿੱਚ ਕਈ ਬ੍ਰਹਮਾ ਤੇ ਕਈ ਸ਼ਿਵ ਤੇ ਕਈ ਇੰਦਰ ਨੇ। ਉੱਥੇ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਜਦੋਂ ਪਹੁੰਚੇ ਨੇ ਤੇ ਉਹ ਜਿਹੜਾ ਪਰਮਾਤਮਾ ਹੈ ਇਹ ਹੋਤੇ 18 ਸਾਗਰ ਟਾਪੂ ਪਸਰ ਰਹਿਓ ਤੈ ਨਾਮ ਪ੍ਰਤਾਪੂ ਜੰਬੂ ਦੀਪ ਵਿਖੇ ਬਹੁ ਥਾਈ ਪਸਰੀ ਭਗਤ ਮਹਾ ਸੁਖ ਦਾਈ। ਉੱਥੇ ਫਿਰ ਰੱਬ ਨੇ ਇਹ ਬਚਨ ਆਖੇ ਗੁਰੂ ਨਾਨਕ ਸਾਹਿਬ ਜੀ ਨੂੰ। ਹਾਂਜੀ। ਅਬ ਨਵ ਖੰਡਨ ਜਾਏ ਬਹੋਰੀ ਦਇ ਉਪਦੇਸ਼ ਕਟੋਂ ਦੁਖ ਕੋਰੀ ਸਪਤ ਦੀਪ ਮੈਂ ਨਾਮ ਪ੍ਰਤਾਪਾ ਸੁਨ ਕਰ ਸ਼ਬਦ ਕਰਹਿਗੇ ਜਾਪਾ। ਪਰਮਾਤਮਾ ਨੇ ਆਖਿਆ ਕਿ ਹੁਣ ਤੂੰ 9 ਖੰਡ ਪ੍ਰਿਥਵੀ ਜਿਹੜੀ ਹੈ ਧਰਤੀ ਤੇ ਜਾ, ਉਹਨਾਂ ਦੇ ਵਿੱਚ ਪਰਮਾਤਮਾ ਦੀ ਭਗਤੀ ਦਾ ਪਸਾਰ ਕਰ। ਉੱਥੇ ਜਦੋਂ ਨਾਮ ਦਾ ਪ੍ਰਤਾਪ ਹੋਵੇਗਾ ਸੁਣ ਕਰ ਸ਼ਬਦ ਕਰੇਂਗੇ ਜਾਪਾ। ਤੇ ਦੁਨੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਕੋਈ ਅਵਤਾਰ ਆਇਆ ਉਹਨੇ ਕਿਹਾ ਜੀ ਜੱਗ ਕਰੋ, ਕੋਈ ਆਇਆ ਉਹਨੇ ਕਿਹਾ ਹਵਨ ਕਰੋ, ਕੋਈ ਆਇਆ ਉਹਨੇ ਕਿਹਾ ਜੀ ਤਪ ਕਰੋ। ਦੇਖੋ ਸਾਰੇ ਰਾਜੇ ਕਰਦੇ ਨੇ। ਮੋਦੀ ਸਾਹਿਬ ਆਏ ਉਹਨਾਂ ਕਿਹਾ ਜੀ ਨਵੇਂ ਨੋਟ ਹੀ ਵਰਤੋ, ਪੁਰਾਣੇ ਨਾ ਵਰਤੋ। ਆਪਾਂ ਨੂੰ ਵਰਤਨੇ ਪੈਣਾ। ਕਰੰਸੀ ਨਵੀਂ ਆ ਗਈ, ਹੋ ਸਕਦਾ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਤੇ ਅੱਗੇ ਨੋਟਾਂ ਦੇ ਬਾਪੂ ਦੀ ਫੋਟੋ ਵੀ ਬਦਲ ਜਾਏਗੀ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਸਵਾਮੀ ਵਿਵੇਕਾਨੰਦ ਤੇ ਬਣਾ ਹੀ ਲਿਆ। ਉਹ ਤਾਂ ਆਪਣੇ ਆਪ ਨੂੰ ਇਸ ਤੋਂ ਅੱਗੇ ਰਵਿੰਦਰਨਾਥ ਟੈਗੋਰ ਬਣਾਉਣ ਵਾਲੇ ਪਾਸੇ ਤੁਰੇ ਹੋਏ ਨੇ। ਮਾਇਆਵਤੀ ਆਈ, ਉਹਨੇ ਆਪਣੇ ਬੁੱਤ ਲਾ ਦਿੱਤੇ ਸਾਰੀ ਯੂਪੀ 'ਚ। ਕੀ ਪਤਾ ਕੀ ਹੋਣਾ ਹੈ? ਰਾਜੇ ਆਉਂਦੇ ਨੇ ਆਪਣਾ ਕੰਮ ਕਰਦੇ ਨੇ, ਅਵਤਾਰ ਆਏ ਉਹਨਾਂ ਨੇ ਆਪਣੇ ਕੰਮ ਕੀਤੇ ਨੇ। ਕਿਸੇ ਨੇ ਕਿਹਾ ਜੱਗ ਕਰੋ, ਕਿਸੇ ਨੇ ਕਿਹਾ ਤਪ ਕਰੋ। ਸਿਰਫ ਇੱਕ ਗੁਰੂ ਨਾਨਕ ਹੈ ਜਿਨ੍ਹਾਂ ਕਿਹਾ ਨਹੀਂ ਭਗਤੀ ਕਰੋ। ਵੇਖੋ ਜੱਗ ਕਰੋਗੇ ਪੈਸੇ ਲੱਗਣਗੇ, ਤਪ ਕਰੋਗੇ ਬਹੁਤ ਘਾਲਣਾ ਦੀ ਲੋੜ ਹੈ। ਮੈਂ ਤੇ ਕਈ ਵਾਰੀ ਜ਼ਿਕਰ ਕੀਤਾ ਵੀ ਉਹ ਅੰਨਾ ਹਜ਼ਾਰੇ ਬਹਿ ਗਿਆ ਜੰਤਰ ਮੰਤਰ ਭੁੱਖ ਹੜਤਾਲ ਤੇ, ਉਹ ਤਾਂ ਕੱਢ ਗਿਆ 13-14 ਦਿਨ। ਉਹਨੂੰ ਵੇਖ ਕੇ ਰਾਮਦੇਵ ਵੀ ਬਹਿ ਗਿਆ। ਉਹ ਤੀਜੇ ਦਿਨ ਬੇਹੋਸ਼ ਹੋ ਗਿਆ ਵਿਚਾਰਾ, ਵੀ ਹੈ ਤੇ ਨਹੀਂ ਸੀ ਕੁਛ ਉਹਦੇ ਅੰਦਰ। ਉਹ ਢਿੱਡ ਜਿਹਾ ਘੁਮਾ ਕੇ ਤੇ ਆਪਣਾ ਸਮਾਨ ਵੇਚਦਾ। ਹੁਣ ਮੇਰੇ ਵਰਗਾ ਹੁੰਦਾ ਤੇ ਫੇਰ ਵੀ ਚਰਬੀ ਚੁਰਬੀ ਸੜਦੇ 4 ਦਿਨ ਲੰਘ ਜਾਂਦੇ। ਉਹ ਤੇ ਸ਼੍ਰੀ ਰਵੀ ਸ਼ੰਕਰ ਦੇ ਬੱਚੇ ਜਿਉਣ ਉਹਨੇ ਬਚਾ ਲਿਆ, ਨਹੀਂ ਤੇ ਗਿਆ ਸੀ ਵਿਚਾਰਾ। ਉਹਨੇ ਜੂਸ ਪਿਆਇਆ ਜਾ ਕੇ ਮਰ ਜਾਏਗਾ। ਤੇਰੇ ਬਾਅਦ ਤੋਂ ਬਾਅਦ ਤੈਨੂੰ ਪਤਾ ਵੀ ਇੰਨਾ ਮਾਲ ਕਿਹਨੇ ਵੇਚਣਾ ਹੈ? ਅੱਜ ਹਜ਼ਾਰਾਂ ਕਰੋੜਾਂ ਦਾ ਉਹ ਕਾਰਪੋਰੇਟਰ ਹੈ, ਬਹੁਤ ਵੱਡਾ ਵਪਾਰੀ ਹੈ ਅੱਜ ਆਪਣੇ ਆਪ ਦੇ ਵਿੱਚ। ਅੱਜ ਤੇ ਲੋਕ ਗੁੜ ਵੀ ਉਹਦਾ ਖਾਂਦੇ ਨੇ, ਸਵਾਹ ਵੀ ਉਹਦੀ ਆ ਜਾਣੀ ਭਾਂਡੇ ਮਾਂਜਣ ਵਾਸਤੇ। ਵੇਖ ਲਿਓ ਤੁਸੀਂ, ਵੱਖਰੇ ਵੱਖਰੇ ਅਵਤਾਰਾਂ ਦਾ ਵੱਖਰਾ ਵੱਖਰਾ ਯੁੱਗ ਹੈ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਆਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਅੱਜ ਲਿਆਓ ਪੁਰਾਣੇ ਨੋਟ ਚਲਾ ਕੇ ਵਿਖਾਓ, ਚੱਲਣਗੇ? ਜੇ ਪਤਾ ਲੱਗ ਗਿਆ ਨਾ ਸਰਕਾਰ ਨੂੰ ਤੇ ਹੱਥ ਕੜੀ ਲੱਗ ਜਾਏਗੀ, ਨੋਟ ਨਹੀਂ ਚੱਲਣੇ। ਮੈਂ ਤੁਹਾਨੂੰ ਝੂਠ ਨਹੀਂ ਕਹਿ ਰਿਹਾ, ਪੁੱਛ ਲਿਓ ਕਿਸੇ ਨੂੰ। ਅਗਰ ਪੁਰਾਣੇ ਨੋਟ ਤੁਹਾਡੇ ਕੋਲੋਂ ਫੜੇ ਗਏ ਤੇ ਆਟਾ ਦਾਲ ਤੇ ਨਹੀਂ ਮਿਲਣੀ, ਤਿਹਾੜ ਜੇਲ੍ਹ ਜ਼ਰੂਰ ਮਿਲ ਜੇਗੀ। ਇਸ ਕਰਕੇ ਅੱਜ ਇਹ ਕਲਯੁਗ ਦਾ ਅਵਤਾਰ ਕੌਣ ਹੈ? ਕਲਯੁਗ ਅਵਤਾਰ ਗੁਰੂ ਨਾਨਕ ਹੈ। ਇਸ ਯੁੱਗ ਦਾ ਅਵਤਾਰ ਗੁਰੂ ਨਾਨਕ ਹੈ। ਗੁਰੂ ਨਾਨਕ ਦੇ ਪਿਤਾ ਨੇ ਕਿਹਾ ਭਗਤੀ ਕਰੋ। ਕੋਈ ਆਦਮੀ ਕਹਿ ਸਕਦਾ ਮੈਂ ਭਗਤੀ ਨਹੀਂ ਕਰ ਸਕਦਾ? ਰਕਸ਼ੇ ਵਾਲੇ ਨੂੰ ਪੁੱਛੋ ਜਪਜੀ ਸਾਹਿਬ ਪੜ੍ਹਨ ਤੇ ਕਿੰਨੇ ਪੈਸੇ ਲੱਗਦੇ ਨੇ? ਕੋਈ ਪੈਸਾ ਨਹੀਂ ਲੱਗਦਾ। ਇੱਕ ਵੱਡੇ ਸੇਠ ਨੂੰ ਪੁੱਛੋ ਕਿੰਨੇ ਪੈਸੇ ਲੱਗਦੇ ਨੇ? ਕੋਈ ਪੈਸਾ ਨਹੀਂ ਲੱਗਦਾ। ਹਾਂ ਇੱਕ ਗੱਲ ਜ਼ਰੂਰ ਹੈ, ਧਰਮ ਬਰਾਬਰ ਹੋ ਗਿਆ। ਸੇਠ ਪਾਠ ਕਰੇਗਾ 20 ਮਿੰਟ ਉਹਨੂੰ ਲੱਗਣਗੇ, ਰਕਸ਼ੇ ਵਾਲੇ ਕਰੇਗਾ 20 ਉਹਨੂੰ ਵੀ ਲੱਗਣਗੇ। ਅਮੀਰ ਗਰੀਬ ਦਾ ਧਰਮ ਬਰਾਬਰ ਹੋ ਗਿਆ। ਅਸੀਂ ਅਜੇ ਵੀ ਧਰਮ ਵੱਖਰਾ ਕੀਤਾ, ਅਮੀਰਾਂ ਦਾ ਵੱਖਰਾ ਹੈ,
ਸਾਨੂੰ ਲੱਗਦਾ ਉਹ ਰੁਮਾਲਾ ਚੜਾ ਦੇਗਾ, ਗੁਰੂ ਹਰਕ੍ਰਿਸ਼ਨ ਸਾਹਿਬ ਉਹਦੇ ਘਰ ਚਲੇ ਜਾਣਗੇ, ਕੋਈ ਨਹੀਂ ਜਾਣੇ। ਐਵੇਂ ਨਾ ਮਨ 'ਚ ਡਾਊਟ ਲੈ ਕੇ ਆਇਓ ਵੀ ਉਹ ਤਾਂ ਲੈ ਗਿਆ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ, ਅਸੀਂ ਤਾਂ ਰਹਿ ਗਏ ਨਾ। ਇੱਥੇ ਤਾਂ ਭਾਈ ਅਮੀਰ ਗਰੀਬ ਨੂੰ ਭਗਤੀ ਕਰਨੀ ਪੈਣੀ ਹੈ, ਤੇ ਭਗਤੀ ਲਈ ਸਮਾਂ ਚਾਹੀਦਾ। ਸਮਾਂ ਸਭ ਕੋਲ ਹੈਗਾ। ਮੈਂ ਇੱਕ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਵੀ ਕੈਨੇਡਾ 'ਚ ਇੱਕ ਬੰਦਾ ਰੇਡੀਓ ਚਲਾਉਂਦਾ ਸੀ। ਜਦੋਂ ਮੈਂ ਪਹਿਲੀ ਵਾਰੀ ਗਿਆ ਤੇ ਮੈਨੂੰ ਆ ਕੇ ਪ੍ਰਬੰਧਕ ਕਹਿੰਦੇ ਵੀ ਗਿਆਨੀ ਜੀ ਦਾ ਰੇਡੀਓ ਨਹੀਂ ਸੁਣਨਾ, ਉੱਥੇ FM ਦਾ ਬੜਾ ਟ੍ਰੈਂਡ ਹੈ, ਬੜੀ ਦੁਨੀਆ ਸੁਣਦੀ ਹੈ ਉੱਥੇ। ਉਹਨਾਂ ਲੋਕਾਂ ਦੀ ਲਾਈਫ ਲਾਈਨ ਹੈ FM ਰੇਡੀਓ। ਕਿਸੇ ਦੇ ਘਰ ਜਾਓਗੇ ਚੱਲਦਾ ਹੈ, ਗੱਡੀ 'ਚ ਬਵੋਗੇ ਤਾਂ ਚੱਲਦਾ ਹੈ। ਉਹ ਆਜ਼ਾਦ ਨੇ ਨਾ, ਸਭ ਉੱਥੇ ਖੱਟੀਆਂ ਮਿੱਠੀਆਂ ਸਭ ਚੱਲਦੀਆਂ ਨੇ। ਤੇ ਮੈਂ ਉਹਦੀ ਇੰਟਰਵਿਊ ਸੁਣਨ ਲੱਗ ਗਿਆ ਇੱਕ, ਤੇ ਉਦੋਂ ਬੁਸ਼ ਸੀਗਾ, ਜੂਨੀਅਰ ਬੁਸ਼। ਇਹ ਗੱਲ 2006 ਦੀ ਹੈ। ਉਹ ਪ੍ਰੈਜ਼ੀਡੈਂਟ ਸੀ ਅਮਰੀਕਾ ਦਾ। ਉਹ ਕਿਤੇ ਵਾਈਟ ਹਾਊਸ ਵਿੱਚ ਸਾਈਕਲ ਚਲਾਉਂਦਾ ਚਲਾਉਂਦਾ ਡਿੱਗ ਪਿਆ, ਉਹਦੀ ਬਾਂਹ ਟੁੱਟ ਗਈ। ਤੇ ਉਹ ਟਾਕ ਸ਼ੋਅ ਚੱਲ ਰਿਹਾ ਸੀ, ਔਨ 에ਅਰ ਸੀਗਾ ਉਹ। ਤੋ ਕਿਸੇ ਨੇ ਸਵਾਲ ਕੀਤਾ, ਤੋ ਕਹਿੰਦਾ ਵੀ ਸੈਰ ਕਰਿਆ ਕਰ। ਕਹਿੰਦਾ ਟਾਈਮ ਨਹੀਂ ਹੈਗਾ। ਤੋ ਜਿਹੜਾ ਸੀ ਨਾ ਉਹ ਹੋਸਟ ਕਰਦਾ ਸੀ, ਉਹ ਇਸੇ ਕਰਕੇ ਲੋਕ ਨੂੰ ਗੁਰਦੁਆਰਿਆਂ ਵਾਲੇ ਹੇਟ ਕਰਦੇ ਸੀ, ਉਹ ਬਖਸ਼ਦਾ ਨਹੀਂ ਸੀ ਕਿਸੇ ਨੂੰ। ਉਹ ਫਿਰ ਉਹਨੂੰ ਥੋੜ੍ਹੀ ਨਿੱਕੀ ਜਿਹੀ ਗਾਲ ਕੱਢ ਕੇ ਕਹਿੰਦਾ ਵੀ ਤੇਰੇ ਕੋਲੇ ਬੁਸ਼ ਜਿੰਨਾ ਵੀ ਟਾਈਮ ਹੈ ਨਹੀਂ, ਜੋ ਸਾਈਕਲ ਚਲਾ ਸਕਦਾ ਤੂੰ ਕਿਹੜੀ ਗੱਡੀ ਚੁੱਕੀ ਹੋਈ ਹੈ ਬਈ। ਵਕਤ ਹਰ ਬੰਦੇ ਕੋਲ ਹੈਗਾ ਹੈ। ਸਾਡੀ ਬਦਕਿਸਮਤੀ ਆਪਾਂ ਕਹੀਏ ਜੀ ਮੇਰੇ ਕੋਲ ਵਕਤ ਹੈ ਨਹੀਂ ਗਾ। ਨਹੀਂ, ਵਕਤ ਹੈਗਾ। ਤੂੰ ਪਾਠ ਕਰਨਾ ਨਹੀਂ ਕਰਨਾ ਤੇਰੀ ਮਰਜ਼ੀ ਹੈ। ਹਾਂ, ਪੈਸਾ ਸਭ ਕੋਲ ਨਹੀਂ ਹੈਗਾ, ਵਕਤ ਸਭ ਕੋਲ ਹੈਗਾ ਹੈ। ਤੇ ਪਾਠ ਕਰਨ ਲਈ ਸਿਰਫ ਵਕਤ ਚਾਹੀਦਾ, ਕੁਛ ਨਹੀਂ ਚਾਹੀਦਾ। ਪਾਠ ਕਰਨ ਵਾਸਤੇ ਕੋਈ ਸ਼ੇਰ ਦੀ ਖੱਲ ਨਹੀਂ ਚਾਹੀਦੀ, ਕਿਤੇ ਵੀ ਚੌਂਕੜੀ ਮਾਰ ਕੇ ਹੋ ਸਕਦਾ ਹੈ। ਪਾਠ ਤਾਂ ਤੁਸੀਂ ਦੁੱਧ ਘਰਾਂ 'ਚ ਪਾਉਂਦੇ ਵੀ ਕਰ ਸਕਦੇ ਹੋ, ਅਖਬਾਰ ਸੁੱਟਦੇ ਵੀ ਕਰ ਸਕਦੇ ਹੋ। ਇੰਨਾ ਸਸਤਾ ਧਰਮ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਆਪਾਂ ਫਿਰ ਇਹਨੂੰ ਮਹਿੰਗਾ ਬਣਾਈ ਜਾਂਦੇ ਹਾਂ ਵੀ ਕਰੋੜਾਂ ਦਾ ਕੋਈ ਰੁਮਾਲਾ ਚੜਾਏਗਾ ਤਾਂ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਘਰ ਲੈ ਜਾਏਗਾ। ਨਹੀਂ, ਗੁਰੂ ਸਾਹਿਬ ਨੇ ਕਿਸੇ ਦੇ ਘਰ ਨਹੀਂ ਜੇ ਜਾਣਾ। ਇੱਥੇ ਦਸਵੰਧ ਹੈ, ਜਿਹਦੀ 50 ਰੁਪਏ ਆਮਦਨ ਹੈ ਉਹਦੇ 5 ਰੁਪਏ ਦੀ ਵੈਲਿਊ 5 ਕਰੋੜ ਜਿੰਨੀ ਹੈ। ਤੇ ਜਿਹਦੀ 5 ਕਰੋੜ ਆਮਦਨ ਹੈ, ਹੁਣ ਉਹਦਾ ਦਸਵੰਧ ਤੁਸੀਂ ਵੇਖ ਲਓ ਕਿੰਨੇ ਰੁਪਈਏ ਬਣਦਾ ਹੈ, ਕਿੰਨੇ ਲੱਖ ਬਣੇ। ਮੇਰੇ ਖਿਆਲ 50 ਲੱਖ ਬਣੇਗਾ। ਉਹਦਾ 50 ਲੱਖ ਤੇ ਉਹਦੇ 5 ਰੁਪਈਏ ਬਰਾਬਰ ਨੇ ਗੁਰੂ ਨਾਨਕ ਦੇ ਘਰ ਵਿੱਚ, ਕਿਉਂਕਿ ਉਹਦਾ ਵੀ ਦਸਵੰਧ ਹੈ, ਉਹਦਾ ਵੀ ਦਸਵੰਧ ਹੈ। ਪੈਸੇ ਦੀ ਕਾਊਂਟਿੰਗ ਨਹੀਂ ਹੈ, ਇੱਕ ਵਰਡ ਹੈ, ਹਰ ਸਿੱਖ ਨੇ ਦਸਵੰਧ ਕੱਢਣਾ ਹੈ। ਬਸ ਗੱਲ ਖਤਮ ਹੋ ਗਈ। ਅਮੀਰ ਦਾ ਬਹੁਤਾ ਹੋਏਗਾ, ਗਰੀਬ ਦਾ ਥੋੜਾ ਹੋਏਗਾ, ਪਰ ਗੁਰੂ ਨਾਨਕ ਦੇ ਘਰ ਵਿੱਚ ਉਹ ਬਰਾਬਰ ਹੋਏਗਾ। ਹਾਂਜੀ। ਹਵੈ ਹੈ ਭਗਤ ਨਾਮ ਵਡਿਆਈ, ਧਰਾ ਭਾਰ ਦੁਖ ਸਭ ਮਿਟ ਜਾਈ। ਸਿਮਰੈ ਨਾਮ ਗਾਨ ਪੁਨ ਕਰਹੀ, ਜਨਮ ਜਨਮ ਅਗ ਕੋਟਕ ਹਰਹੀ। ਭਗਤੀ ਦੀ ਵਡਿਆਈ ਹੈ, ਤੇ ਇਹ ਜਿਹੜਾ ਧਰਤੀ ਦੇ ਉੱਤੇ ਭਾਰ ਹੈ ਦੁੱਖਾਂ ਦਾ, ਇਹ ਮਿਟ ਜਾਏਗਾ। ਦੁੱਖ ਮਿਟਾਉਣ ਦਾ, ਕੰਮਾਂ ਦੀ ਸਿੱਧੀ ਦਾ ਇੱਕੋ ਤਰੀਕਾ, ਬਾਣੀ ਪੜੋ ਬਸ। ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਕਿੰਨਾ ਸੌਖਾ ਪਾਠ ਹੈ। ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਅਮੀਰ ਦਾ ਮੁਖ ਉਜਲਾ ਨਹੀਂ ਹੈ, ਨਾਮੀ ਦਾ ਮੁਖ ਉਜਲਾ ਹੈ, ਭਗਤ ਦਾ ਮੁਖ ਉਜਲਾ ਹੈ। ਹਾਂਜੀ। ਘਨ ਸੁਰ ਸੰਗ ਗੰਭੀਰ ਸੁਬਾਨੀ, ਕਰਤਾ ਪੁਰਖ ਕਹਿਤ ਸੁਖ ਸਾਨੀ। ਉਚਰੋ ਮਹਿਮਾ ਨਾਮ ਮਨੋਗਾ, ਜੋ ਮਤ ਮੰਦਨ ਤਾਰਨ ਜੋਗਾ। ਕਹਿੰਦੇ ਫਿਰ ਘਨਸਰ ਵਰਗੀ, ਬੱਦਲਾਂ ਦੀ ਗਰਜ ਵਰਗੀ ਆਵਾਜ਼ ਆਈ, ਨਾਨਕ ਸਿਫਤ ਕਰ। ਉਹ ਸਿਫਤ, ਉਚਰੋ ਮਹਿਮਾ ਨਾਮ ਮਨੋਗਾ, ਜੋ ਮਤ ਮੰਦਨ ਤਾਰਨ ਜੋਗਾ। ਨਾਨਕ ਉਹ ਸਿਫਤ ਕਰ ਮੇਰੇ ਦਰਬਾਰ ਵਿੱਚ, ਜਿਹੜੀ ਮੰਦੀ ਮਤ ਵਾਲਿਆਂ ਨੂੰ ਵੀ ਭਵ ਸਾਗਰ ਤੋਂ ਪਾਰ ਕਰ ਦਵੇ। ਹਾਂਜੀ। ਨਿਜ ਮੁਖ ਤੇ ਤੁਮ ਗਾਏ ਸੁਣਾਵੋ, ਬੌਰ ਜਾਏ ਉਪਦੇਸ਼ ਦ੍ਰਿੜਾਵੋ। ਸੁਣ ਬੋਲੇ ਸ਼੍ਰੀ ਨਾਨਕ ਬਾਣੀ,
ਆਸਾ ਰਾਗ ਬਿਖੇ ਸੁਭ ਸਾਨੀ। ਇੱਥੇ ਫਿਰ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਿਆ। ਰੱਬ ਨੇ ਕੀ ਕਿਹਾ? ਕਹਿੰਦਾ ਨਿਜ ਮੁਖ ਤੇ ਤੁਮ ਗਾਏ ਸੁਣਾਵੋ। ਨਾਨਕ ਮੈਂ ਤੇਰੇ ਮੁਖ ਤੋਂ ਸੁਣਨਾ ਚਾਹੁੰਦਾ, ਮੈਨੂੰ ਗਾ ਕੇ ਸੁਣਾ। ਤੇ ਬਹੁਰ ਜਾਏ ਉਪਦੇਸ਼ ਦ੍ਰਿੜਾਵੋ, ਫਿਰ ਦੁਨੀਆ ਨੂੰ ਵੀ ਜਾ ਕੇ ਦ੍ਰਿੜ ਕਰਾਓ। ਇੱਥੇ ਫਿਰ ਆਸਾ ਰਾਗ ਵਿੱਚ ਸਤਿਗੁਰੂ ਜੀ ਨੇ ਸ਼ਬਦ ਗਾਇਆ। ਹਾਂਜੀ। ਰਾਗ ਆਸਾ ਮਹੱਲਾ ਪਹਿਲਾ। ਘਰ ਪਹਿਲਾ ਸੋ ਦਰ, ਸੋ ਦਰ ਤੇਰਾ ਕੇਹਾ, ਸੋ ਘਰ ਕੇਹਾ। ਜਿਤ ਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੀਤੇ ਤੇਰੇ ਵਾਵਣ ਹਾਰੇ। ਹੁਣ ਇਹ ਸ਼ਬਦ ਸ਼ਾਮ ਨੂੰ ਸੋਦਰ ਦੀ ਬਾਣੀ ਪੜ੍ਹੀ, ਅਸੀਂ ਉਦੋਂ ਵੀ ਪੜ੍ਹਿਆ। ਸਵੇਰੇ ਉੱਠ ਕੇ ਜਪਜੀ ਪੜ੍ਹੋਗੇ ਤੇ ਉਹਦੇ ਵਿੱਚ ਵੀ ਆਏਗਾ ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਆਸਾ ਰਾਗ ਆਏਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉੱਥੇ ਵੀ ਇਹ ਸ਼ਬਦ ਮਿਲੇਗਾ। 3 ਵਾਰੀ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਰਹਿਰਾਸ ਸਾਹਿਬ ਦੇ ਪਾਠ ਵਿੱਚ ਵੀ ਹੈ, ਜਪਜੀ ਸਾਹਿਬ ਦੇ ਵਿੱਚ ਵੀ ਹੈ, ਫਿਰ ਅੱਗੇ ਜਾ ਕੇ ਆਸਾ ਰਾਗ ਵਿੱਚ ਵੀ ਹੈ। ਕਵੀ ਜੀ ਕਹਿੰਦੇ ਨੇ ਸ਼ਬਦ ਉੱਥੇ ਗੁਰੂ ਨਾਨਕ ਸਾਹਿਬ ਨੇ ਰੱਬ ਦੀ ਦਰਗਾਹ ਵਿੱਚ ਗਾਇਨ ਕੀਤਾ, ਆਪ ਉਚਾਰਨ ਕੀਤਾ। ਹਾਂਜੀ। ਕੀਤੇ ਤੇਰੇ ਰਾਗ ਪਰੀਸੋ ਕਹੀਐ, ਕੀਤੇ ਤੇਰੇ ਗਾਵਣ ਹਾਰੇ। ਇਸ ਤਰ੍ਹਾਂ ਇਹ ਪੂਰਾ ਸ਼ਬਦ ਕਵੀ ਜੀ ਨੇ ਇੱਥੇ ਵਰਣਨ ਕੀਤਾ। ਸਮਾਂ ਇਜਾਜ਼ਤ ਨਹੀਂ ਦਿੰਦਾ। ਸਤਿਗੁਰੂ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭਗਤ ਧਰੂ ਦੀ ਕਥਾ, ਭਗਤ ਪ੍ਰਹਿਲਾਦ ਦੀ ਕਥਾ, ਸਤਿਗੁਰਾਂ ਦੇ ਸੱਚਖੰਡ ਜਾਣ ਦੀ ਕਥਾ, ਇਹ ਸਾਰੀਆਂ ਇੱਥੇ ਸੰਪੂਰਨ ਹੁੰਦੀਆਂ ਨੇ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।